ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਵੀਡੀਓ ਦੇ ਭਾਗ ਦੇ ਵਿੱਚ ਆਪ ਜੀ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਆਉਣ ਵਾਲੇ ਮਹਿੰਗੇ ਸ਼ਬਦਾਂ ਦੀ ਅਤੇ ਪੰਕਤੀਆਂ ਦੇ ਵਿਸਰਾਮਾਂ ਦੇ ਬਾਰੇ ਜਾਣਕਾਰੀ ਸਾਂਝੀ ਕਰਨੀ ਹੈ। ਜਿਨ੍ਹਾਂ ਪੰਕਤੀਆਂ ਦਾ ਸ਼ਬਦਾਂ ਦਾ ਸੰਗਤਾਂ ਵੱਲੋਂ ਅਸ਼ੁੱਧ ਉਚਾਰਨ ਕੀਤਾ ਜਾਂਦਾ ਹੈ, ਗਲਤ ਉਚਾਰਨ ਕੀਤਾ ਜਾਂਦਾ ਹੈ, ਉਸੇ ਸ਼ਬਦਾਂ ਨੂੰ ਹੀ ਆਪ ਜੀ ਦੇ ਸਨਮੁਖ ਬੇਨਤੀ ਕਰਨੀ ਹੈ। ਕੁਝ ਸੰਗਤਾਂ ਵੱਲੋਂ ਵੀ ਸ਼ਬਦ ਭੇਜੇ ਗਏ ਹਨ ਵੀ ਇਹਨਾਂ ਸ਼ਬਦਾਂ ਬਾਰੇ ਦੱਸਿਆ ਜਾਵੇ। ਸੋ ਰਮਤਾ ਹੋ ਰਹੀ ਹੈ ਪਹਿਲੀ ਅਸ਼ਟਪਦੀ ਤੋਂ। ਗੌੜੀ ਸੁਖਮਨੀ ਮਹੱਲਾ ਪੰਜਵਾ। ਇਸ ਨੂੰ ਇੱਦਾਂ ਪੜ੍ਹਨਾ ਹੈ, ਗੌੜੀ ਸੁਖਮਨੀ ਨਹੀਂ ਕਹਿ ਦੇਣਾ, ਗੌੜੀ ਵੱਖਰਾ ਪੜ੍ਹਨਾ ਹੈ, ਸੁਖਮਨੀ ਮਹੱਲਾ ਪੰਜਵਾ। ਸ਼ਲੋਕ ਹੈ, ਆਦ ਗੁਰ ਏ ਨਮః, ਜੁਗਾਦ ਗੁਰ ਏ ਨਮঃ। ਬੜਾ ਧਿਆਨ ਦੇਣਾ ਹੈ। ਆਦ ਗੁਰ ਏ ਕਈ ਸਰੂਪਾਂ ਦੇ ਵਿੱਚ, ਗੁਟਕੇ ਸਾਹਿਬਾਂ ਦੇ ਵਿੱਚ ਪਾਠ ਗੁਰੇ ਇਕੱਠਾ ਹੁੰਦਾ ਹੈ, ਈੜੀ ਨਾਲ ਜੋੜ ਦਿੱਤੀ ਜਾਂਦੀ ਹੈ। ਮੁੱਖ ਪਾਠ ਹੈ ਗੁਰ ਏ, ਵੱਖਰਾ ਵੱਖਰਾ ਪੜ੍ਹਨਾ ਹੈ। ਗੁਰ ਏ ਇੱਥੇ ਵਿਸਰਾਮ ਹੈ, ਨਮః ਇਹ ਪਾਠ ਪੋਲਾ ਪੜ੍ਹਨਾ ਹੈ। ਕਈ ਪੜ੍ਹਦੇ ਹਨ ਨਮઃ, ਹਾਹੇ ਦਲਾਈਆਂ ਲਾ ਦਿੰਦੇ ਹਨ। ਇਸ ਪਾਠ ਨੂੰ ਸ਼ੁੱਧ ਬੋਲਣ ਦਾ ਢੰਗ ਇਹ ਹੈ ਕਿ ਜਲਦੀ ਨਾਲ ਬੋਲਣਾ ਹੈ। ਨਮః ਇਹ ਸਭ ਪਾਠ ਸ਼ੁੱਧ ਹੈ, ਇਹਨੂੰ ਨਮః ਨਹੀਂ ਕਹਿ ਦੇਣਾ, ਜਾਂ ਨਮਹੇ ਜਾਂ ਨਮਹਾ ਜਾਂ ਨਮઃ। ਇਹ ਪਾਠ ਅਸ਼ੁੱਧ ਹੈ, ਸ਼ੁੱਧ ਨਹੀਂ ਹੈ, ਇਸ ਕਰਕੇ ਨਮః ਪਾਠ ਹੈ। ਜੁਗਾਦ ਗੁਰ ਏ ਨਮঃ, ਜੁਗਾਦ ਕਸ ਕੇ ਬੋਲਣਾ ਹੈ। ਜਿੰਨੇ ਵੀ ਪਾਠ ਹਨ ਗੁਰ ਏ ਵੱਖਰੇ ਵੱਖਰੇ ਹਨ। ਈੜੀ ਲਾ ਏ ਦਾ ਮਤਲਬ ਹੈ ਕਿ ਨੂੰ ਤਾਈਂ ਪਹਿਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਨਮਸਕਾਰ ਹੈ। ਇਸੇ ਤਰ੍ਹਾਂ ਹੀ ਸਤਿਗੁਰ ਏ ਨਮః, ਸ੍ਰੀ ਗੁਰਦੇਵ ਏ ਨਮঃ। ਸ੍ਰੀ ਪਾਠ ਪੜ੍ਹਨਾ ਹੈ ਜਲਦੀ ਦੇ ਨਾਲ। ਅਸ਼ਟਪਦੀ ਪੈਰ ਦੇ ਵਿੱਚ ਸੱਸੇ ਦੇ ਬਿੰਦੀ ਲਾ ਕੇ ਅਸ਼ਟਪਦੀ ਨਹੀਂ ਕਹਿ ਦੇਣਾ, ਅਸ਼ਟਪਦੀ ਸੱਸੇ ਦੇ ਨਾਲ ਬੋਲਣਾ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਹੁਣ ਵਾਲੇ ਜਿਹੜੇ ਨਵੇਂ ਵਿਦਵਾਨ ਉੱਠੇ ਹਨ ਜਾਂ ਪ੍ਰੋਫੈਸਰ ਉੱਠੇ ਹਨ, ਇਹ ਆਂਦੇ ਨੇ ਕਿ ਬਿੰਦੀ ਲਾ ਕੇ ਬੋਲੋ ਸਿਮਰੋਂ। ਇਹ ਬਿੰਦੀਆਂ ਦੇ ਨਾਲ ਕਰਾਉਂਦੇ ਹਨ, ਜੋ ਕਿ ਗਲਤ ਹੈ। ਸੋ ਇਸ ਕਰਕੇ ਧਿਆਨ ਰੱਖਣਾ ਹੈ, ਬਿੰਦੀ ਦੀ ਲੋੜ ਹੈ ਜਿੱਥੇ ਉੱਥੇ ਲਗਾਈ ਜਾਵੇਗੀ, ਜਿੱਥੇ ਲਿਖੀ ਹੋਈ ਹੈ ਉੱਥੇ ਬੋਲੀ ਜਾਵੇਗੀ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਪਾਵੋ ਪਾਠ ਹੈ, ਇਹਨੂੰ ਪਾਵੋ ਨਹੀਂ ਕਹਿ ਦੇਣਾ, ਬਿੰਦੀਆਂ ਨਹੀਂ ਲਾਉਣੀਆਂ। ਸੋ ਪਹਿਲੀ ਅਸ਼ਟਪਦੀ ਦੇ ਵਿੱਚ ਹੋਰ ਵੀ ਜਿੰਨੀਆਂ ਪੰਕਤੀਆਂ ਸ਼ਬਦ ਮਹਿੰਗੇ ਲੱਗਦੇ ਹਨ, ਸਿਰਫ ਉਹੀ ਆਪ ਜੀ ਦੇ ਸਨਮੁਖ ਬੇਨਤੀ ਕਰਨੀ ਹੈ। ਸਿਮਰੋ ਜਾਸ ਬਿਸੁੰਭਰ ਏਕੈ। ਸਿਮਰੋ ਦੇ ਉੱਤੇ ਵਿਸਰਾਮ ਹੈ। ਬਿਸੁੰਭਰ ਇਸ ਪਾਠ ਨੂੰ ਦੋ ਹਿੱਸਿਆਂ ਵਿੱਚ ਪੜ੍ਹਨਾ ਹੈ, ਪੜ੍ਹਨਾ ਇਕੱਠਾ ਹੀ ਹੈ। ਬਿਸੁੰਭਰ ਇਹ ਪਾਠ ਦਾ ਉਚਾਰਨ ਹੈ। ਸੋ ਇੱਕ ਹੋਰ ਪੰਕਤੀ ਦੇ ਦਰਸ਼ਨ ਆਪ ਜੀ ਕਰ ਰਹੇ ਹੋ। ਇਹ ਪਹਿਲੀ ਅਸ਼ਟਪਦੀ ਦੀਆਂ ਪੰਕਤੀਆਂ ਹਨ। ਨਾਮ ਜਪਤ ਅਗਣਤ ਅਨੇਕੈ। ਅਗਣਤ ਪਾਠ ਨਹੀਂ ਪੜ੍ਹ ਦੇਣਾ, ਐੜੇ ਨੂੰ ਸੰਬੰਧਕ ਕਰਕੇ ਬੋਲਣਾ ਹੈ, ਅਗਣਤ। ਇਸ ਤਰ੍ਹਾਂ ਇਹ ਪਾਠ ਹੈ। ਸੋ ਅਗਲੀ ਪੰਕਤੀ ਹੈ ਵੇਦ ਪੁਰਾਨ, ਇੱਥੇ ਵਿਸਰਾਮ ਹੈ। ਸਿਮਰਤ ਸੁਦਾਖਰ। ਸਿਮਰਤ ਸੱਸੇ ਉੱਤੇ ਟਿੱਪੀ ਹੈ, ਧਿਆਨ ਰੱਖਣਾ ਹੈ। ਮੰਮੇ ਨੂੰ ਲੱਗੀ ਹੋਈ ਸਿਹਾਰੀ ਰਾਰੇ ਨੂੰ ਲੱਗੇਗੀ, ਅਤੇ ਸੁਦਾਖਰ
ਖੱਖੇ ਦੇ ਪੈਰ ਦੇ ਵਿੱਚ ਅੱਧਾ ਯਈਆ ਹੈ। ਪਾਠ ਬੋਲਣਾ ਹੈ ਸੁਧਾਖਰ। ਸੋ ਬੋਲਣ ਦਾ ਢੰਗ ਹੈ ਸੱਸੇ ਔਂਕੜ ਧੱਦੇ ਕੰਨਾ ਖੱਖੇ ਸਿਹਾਰੀ ਐੜਾ ਰਾਰਾ ਸੁਧਾਖਰ। ਸੋ ਇਹਦੇ ਨਾਲ ਹੀ ਪੰਕਤੀ ਹੈ ਕੀਨੇ ਰਾਮ ਨਾਮ ਇੱਕ ਆਖਿਰ। ਕੀਨੇ ਰਾਮ ਨਾਮ, ਇੱਥੇ ਵਿਸਰਾਮ ਹੈ। ਖੱਖੇ ਦੇ ਪੈਰ ਦੇ ਵਿੱਚ ਅੱਧਾ ਯਈਆ ਹੈ। ਖੱਖੇ ਸਿਹਾਰੀ ਐੜਾ ਨਿਕਲਣਾ ਹੈ। ਆਖਿਰ, ਐੜੇ ਕੰਨਾ ਖੱਖੇ ਸਿਹਾਰੀ ਐੜਾ ਰਾਰਾ ਆਖਿਰ। ਸੋ ਪੰਕਤੀ ਹੈ ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਪਹਿਲਾ ਧਿਆਨ ਰੱਖਣਾ ਹੈ ਭੱਬਾ ਲੱਗਾ ਹੋਇਆ ਹੈ ਪ੍ਰਭ, ਥੋੜ੍ਹਾ ਕੱਸ ਕੇ ਭਾਰਾ ਕਰਕੇ ਬੋਲਣਾ ਹੈ। ਬੱਬੇ ਦੀ ਆਵਾਜ਼ ਦੇ ਕੇ ਪ੍ਰਭ ਪੋਲਾ ਜਿਹਾ ਨਹੀਂ ਪੜ੍ਹਨਾ। ਪ੍ਰਭ ਕੈ, ਕੱਕੇ ਦਲਾਈਆਂ ਦੀ ਆਵਾਜ਼ ਦੇਣੀ ਹੈ ਕੈ। ਆਮ ਹੀ ਜਿੰਨੀਆਂ ਸੁਖਮਨੀ ਸੁਸਾਇਟੀਆਂ ਬਣੀਆਂ ਹਨ ਜਾਂ ਲਾਈਵ ਕਿਤੇ ਪਾਠ ਸੁਣੀਦਾ ਹੈ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਬੈਠ ਕੇ ਲਾਈਵ ਪਾਠ ਕਰਦੀਆਂ ਹਨ ਅਤੇ ਕਰਵਾਉਣ ਵਾਲੇ, ਕਰਨ ਵਾਲੇ ਆਮ ਪਿੰਡਾਂ, ਨਗਰਾਂ, ਸ਼ਹਿਰਾਂ ਦੇ ਵਿੱਚ ਵੀ ਕੱਕੇ ਦਲਾਈਆਂ ਛੱਡ ਕੇ ਕੇ ਪੜ੍ਹਦੇ ਹਨ। ਪ੍ਰਭ ਕੇ ਸਿਮਰਨ। ਸੋ ਇਸ ਕਰਕੇ ਲਗਾ ਮਾਤਰਾ ਦਾ ਧਿਆਨ ਰੱਖ ਕੇ ਬੋਲਣਾ ਹੈ। ਗਰਭ ਭੱਬੇ ਦੇ ਨਾਲ ਹੈ, ਭਾਰਾ ਕਰਕੇ ਬੋਲਣਾ ਹੈ। ਇਹ ਬੱਬੇ ਦੇ ਨਾਲ ਆਵੇ ਤਾਂ ਪੋਲਾ ਹੈ ਗਰਭ, ਭੱਬੇ ਦੇ ਨਾਲ ਹੈ ਗਰਭ ਨਾ ਬਸੈ। ਬਸੇ ਨਹੀਂ ਕਹਿ ਦੇਣਾ, ਪੋਲਾ ਜਿਹਾ ਪਾਠ ਹੈ ਬਸੈ। ਪ੍ਰਭ ਕੈ ਸਿਮਰਨ ਸੁਫਲ ਫਲਾ। ਇਹਨੂੰ ਸੁਫਲ ਨਹੀਂ ਕਹਿ ਦੇਣਾ, ਸੁਫਲ ਪਾਠ ਹੀ ਪੜ੍ਹਨਾ ਹੈ। ਪ੍ਰਭ ਕੈ ਸਿਮਰਨ ਉਦਰੇ ਮੂਚਾ। ਉਦਰੇ ਪਾਠ ਭਾਰਾ ਹੈ ਕਿਉਂਕਿ ਧੱਦਾ ਹੈ ਵਿੱਚ। ਮੂਚਾ ਪਾਠ ਕੱਸ ਕੇ ਬੋਲਣਾ ਹੈ, ਇਹਨੂੰ ਪੋਲਾ ਨਹੀਂ ਪੜ੍ਹਨਾ। ਸੋ ਇੱਕ ਹੋਰ ਪੰਕਤੀ ਹੈ ਪਹਿਲੀ ਅਸ਼ਟਪਦੀ ਦੇ ਵਿੱਚ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ। ਇਹਨੂੰ ਝੁਨਕਾਰ ਕਹਿ ਦਿੰਦੇ ਹਨ, ਘੱਗਾ ਲਾ ਦਿੰਦੇ ਹਨ ਕੱਕੇ ਦੀ ਥਾਂ 'ਤੇ। ਇਸ ਕਰਕੇ ਝੁਨਕਾਰ, ਝੱਜੇ ਦੀ ਆਵਾਜ਼ ਦੇਣੀ ਹੈ। ਝੱਜੇ ਦੀ ਥਾਂ 'ਤੇ ਵੀ ਚੱਚਾ ਨਹੀਂ ਲਾਉਣਾ। ਝੁਨਕਾਰ, ਇਹ ਬਾਟ ਸੁੱਧ ਹੈ। ਸੋ ਉਸ ਤੋਂ ਅੱਗੇ ਦੂਸਰੀ ਅਸ਼ਟਪਦੀ ਦੇ ਵਿੱਚ ਸ਼ਲੋਕ ਆਉਂਦਾ ਹੈ। ਸ਼ਲੋਕ ਦੇ ਅੰਦਰ ਪੰਕਤੀ ਹੈ ਸਰਣ ਤੁਮਹਾਰੀ ਆਇਓ ਨਾਨਕ ਕੇ ਪ੍ਰਭ ਸਾਥ। ਤੁਮਹਾਰੀ ਪਾਠ ਜੋ ਹੈ ਮੰਮੇ ਥੱਲੇ ਹਲੰਤ ਲੱਗੀ ਹੋਈ ਹੈ। ਜਦੋਂ ਵੀ ਹਲੰਤ ਲੱਗਦੀ ਹੈ ਮੰਮੇ ਨੂੰ ਭਾਰਾ ਕਰਨਾ ਹੈ ਤੁਮਹਾਰੀ। ਇਸ ਦਾ ਇਹ ਢੰਗ ਹੈ ਬੋਲਣ ਦਾ। ਸੋ ਦੂਸਰੀ ਅਸ਼ਟਪਦੀ ਦੀਆਂ ਅੱਗੇ ਪੰਕਤੀਆਂ ਜੋ ਮਹਿੰਗੇ ਪਾਠ ਹਨ ਉਹ ਆਪ ਜੀ ਸਰਵਣ ਕਰਨ ਜਾ ਰਹੇ ਹੋ। ਅਨਕ ਪੁਨਹ ਚਰਨ ਕਰਤ ਨਹੀਂ ਤਰੈ। ਇਹ ਪੁਨਹ ਚਰਨ ਪਾਠ ਹੈ, ਇਕੱਠਾ ਹੀ ਪਾਠ ਹੈ। ਹਾਹੇ ਦੀ ਆਵਾਜ਼ ਦੇ ਕੇ ਪੜ੍ਹਨਾ ਹੈ ਪੁਨਹ ਚਰਨ। ਪੁਨੇ ਚਰਨ ਨਹੀਂ ਕਹਿ ਦੇਣਾ, ਹਾਹੇ ਦੀ ਆਵਾਜ਼ ਆਉਣੀ ਚਾਹੀਦੀ ਹੈ। ਲਾਖ ਕਰੋਰੀ ਬੰਧਨ ਪਰੈ। ਸੋ ਇਸ ਪੰਕਤੀ ਬਾਰੇ ਵੀ ਵਿਸ਼ੇਸ਼ ਪੁੱਛਿਆ ਗਿਆ ਹੈ ਅਤੇ ਬਹੁਤ ਹੀ ਕਈ ਵਿਵਾਦ ਕਰਦੇ ਹਨ ਇਸ ਪੰਕਤੀ 'ਤੇ। ਲਾਖ ਕਰੋਰੀ ਬੰਧਨ ਪਰੈ, ਇਹ ਢੰਗ ਹੈ ਬੋਲਣ ਦਾ ਅਤੇ ਇਹੋ ਹੀ ਸੁੱਧ ਸਰੂਪ ਹੈ ਬਾਣੀ ਦੇ ਵਿੱਚ। ਪਰ ਕਈ ਗੁਟਕੇ ਸਾਹਿਬਾਂ ਦੇ ਵਿੱਚ ਸਰੂਪਾਂ ਦੇ ਵਿੱਚ ਨੰਨਾ ਵੱਖਰਾ ਕਰ ਦਿੱਤਾ ਗਿਆ ਹੈ। ਲਾਖ ਕਰੋਰੀ ਬੰਧ ਨਾ ਪਰੈ। ਲੇਕਿਨ ਜੋ ਸੰਪਰਦਾਇ ਪਾਠ ਹੈ, ਸੁੱਧ ਪਾਠ ਹੈ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜੋ ਲਿਖਿਆ ਅਤੇ ਪੜ੍ਹਾਇਆ ਹੈ ਸਿੰਘਾਂ ਨੂੰ, ਉਹ ਬੰਧਨ ਪਾਠ ਹੈ। ਲਾਖ ਕਰੋਰੀ ਬੰਧਨ ਪਰੈ। ਹੁਣ ਕਈ ਆਂਦੇ ਹਨ ਕਿ ਬੰਧਨ ਕਿਉਂ ਹੈ, ਬੰਧ ਨਾ ਪਰੈ, ਇੱਦਾਂ ਕਿਉਂ ਨਹੀਂ ਹੈ। ਆਪ ਜੀ ਇਸ ਤੋਂ ਪਹਿਲੀਆਂ ਪੰਕਤੀਆਂ ਦੇ ਦਰਸ਼ਨ ਕਰੋ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਇਹਦੇ ਵਿੱਚ ਸਵਾਲ ਹੈ, ਕੁਐਸਚਨ ਹੈ ਕਿ ਸਾਰੀ ਦੁਨੀਆ ਦਾ ਰਾਜਾ ਦੁਖੀ ਹੈ,
ਸੁਖੀ ਕਿਵੇਂ ਹੋ ਸਕਦਾ ਹੈ। ਤੇ ਅੱਗੇ ਜਵਾਬ ਦਿੰਦੇ ਹਨ ਅਗਲੀ ਪੰਕਤੀ ਦੇ ਵਿੱਚ, ਹਰ ਕਾ ਨਾਮ ਜਪਤ ਹੋਏ ਸੁਖੀਆ, ਕਿ ਵਾਹਿਗੁਰੂ ਦਾ ਨਾਮ ਜਪ ਕੇ ਸੁਖੀ ਹੋ ਸਕਦਾ ਹੈ। ਇਸੇ ਤਰ੍ਹਾਂ ਹੀ ਇਹ ਪੰਕਤੀ ਦਾ ਅਰਥ ਹੈ, ਲੱਖ ਕਰੋੜੀ ਬੰਧਨ ਭਰੈ, ਲੱਖਾਂ ਕਰੋੜਾਂ ਬੰਧਨ ਪੈ ਜਾਣ ਤਾਂ ਕੀ ਕੀਤਾ ਜਾਵੇ। ਅੱਗੇ ਜਵਾਬ ਆਪ ਹੀ ਦਿੱਤਾ ਹੈ ਮਹਾਰਾਜ ਜੀ ਨੇ ਕਿ ਹਰ ਕਾ ਨਾਮ ਜਪਤ ਨਿਸਤਰੈ, ਕਿ ਵਾਹਿਗੁਰੂ ਦਾ ਨਾਮ ਜਪੋ, ਜਪਣ ਦੇ ਨਾਲ ਛੁਟਕਾਰਾ ਹੋ ਜਾਂਦਾ ਹੈ, ਤਰਿਆ ਜਾ ਸਕਦਾ ਹੈ। ਸੋ ਇਸ ਕਰਕੇ ਬੰਧਨ ਪਾਠ ਹੀ ਕਰਨਾ ਹੈ ਜਦੋਂ ਵੀ ਆਵੇ। ਸੋ ਅਗਲਾ ਸ਼ਬਦ ਹੈ ਸਿਜਾਨੂ। ਇਸ ਪਾਠ ਨੂੰ ਨਈਆਂ ਲੱਗਾ ਹੋਇਆ ਹੈ ਵਿੱਚ, ਜਹ ਪੰਥ ਤੇਰਾ ਕੋ ਨਾ ਸਿਜਾਨੂ, ਇਹ ਪੰਕਤੀ ਹੈ। ਕਈ ਐੜਾ ਪੜ੍ਹ ਜਾਂਦੇ ਹਨ ਸਿਆਨੂ, ਕਈ ਝੱਜਾ ਪੜ੍ਹ ਜਾਂਦੇ ਹਨ ਸਿਜਾਨੂ, ਕਈ ਜੱਜਾ ਲਾ ਦਿੰਦੇ ਹਨ ਸਿਜਾਨੂ। ਇਹ ਨਈਏ ਦੀ ਆਵਾਜ਼ ਹੈ, ਮਿਹਨਤ ਕਰਕੇ ਪਕਾਇਆ ਜਾਂਦਾ ਹੈ। ਸੋ ਇਸ ਤਰ੍ਹਾਂ ਧਿਆਨ ਰੱਖਣਾ ਹੈ, ਸਿਆਨੂ ਪਾਠ ਹੈ। ਆਕਰਖ ਹੈ, ਆਕਰਖ ਹੈ ਨਹੀਂ ਕਹਿ ਦੇਣਾ, ਆਕਰਖ ਹੈ। ਐੜੇ ਕੰਨੇ ਨੂੰ ਸੰਬੰਧਕ ਕਰਨਾ ਹੈ। ਪੰਕਤੀ ਆਉਂਦੀ ਹੈ, ਜਹ ਤ੍ਰਿਖਾ ਮਨ ਤੁਝ ਆਕਰਖ ਹੈ। ਸੋ ਇਸ ਤਰ੍ਹਾਂ ਢੰਗ ਹੈ ਬੋਲਣ ਦਾ। ਸੋ ਅਗਲਾ ਸ਼ਬਦ ਹੈ ਮਾਤੇ। ਪੰਕਤੀ ਆਉਂਦੀ ਹੈ, ਸੁਨ ਸਮਾਧ ਨਾਮ ਰਸ ਮਾਤੇ। ਇਸ ਪਾਠ ਨੂੰ ਕੱਸ ਕੇ ਬੋਲਣਾ ਹੈ। ਸੋ ਵੀਡੀਓ ਦੇ ਪਹਿਲੇ ਭਾਗ ਦੇ ਵਿੱਚ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹਨ। ਸੋ ਅਗਲੀ ਦੂਸਰੇ ਭਾਗ ਦੇ ਵਿੱਚ ਬਾਕੀ ਦੀਆਂ ਅਸ਼ਟਪਦੀਆਂ ਵਿੱਚ ਆਉਣ ਵਾਲੇ ਮਹਿੰਗੇ ਸ਼ਬਦ ਆਪ ਜੀ ਨਾਲ ਸਾਂਝੇ ਕੀਤੇ ਜਾਣੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।